ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਸੇ ਸਚ ਲਾਗੇ ਜੋ ਤੁਧ ਭਾਏ, ਸਦਾ ਸਚ ਸੇਵੈ ਸਹਿਜ ਸੁਭਾਏ। ਸੇ ਸਚ ਲਾਗੇ ਜੋ ਤੁਧ ਭਾਏ, ਸਦਾ ਸਚ ਸੇਵੈ ਸਹਿਜ ਸੁਭਾਏ। ਸੱਚੇ ਸ਼ਬਦ ਸੱਚਾ ਸਾਲਾਹੀ, ਸੱਚੇ ਮੇਲ ਮਿਲਾਵਣਿਆ। ਹਉ ਵਾਰੀ ਜੀਉ ਵਾਰੀ, ਸੱਚ ਸਲਾਹਣਿਆ। ਸੱਚ ਧਿਆਇਨ ਸੇ ਸਚ ਰਾਤੇ, ਸੱਚੇ ਸੱਚ ਸਮਾਵਣਿਆ। ਸੱਚ ਧਿਆਇਨ ਸੇ ਸਚ ਰਾਤੇ, ਸੱਚੇ ਸੱਚ ਸਮਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਨੇ ਲੜੀਵਾਰ ਚੱਲ ਰਹੀ ਕਥਾ ਮੁਤਾਬਕ ਸ਼ਬਦ ਦਾ ਪਾਠ ਸਰਵਣ ਕੀਤਾ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਇਹਨਾਂ ਬਚਨਾਂ ਰਾਹੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ। ਮਾਝ ਮਹੱਲਾ ਤੀਜਾ। ਸੇ ਸਚ ਲਾਗੇ ਜੋ ਤੁਧ ਭਾਏ, ਸਦਾ ਸਚ ਸੇਵੈ ਸਹਿਜ ਸੁਭਾਏ। ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਹੇ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਪਰਮਾਤਮਾ ਪ੍ਰਭੂ, ਜਿਹੜੇ ਤੈਨੂੰ ਭਾ ਜਾਂਦੇ ਹਨ ਉਹਨਾਂ ਨੂੰ ਤੂੰ ਆਪਣੇ ਨਾਲ ਜੋੜ ਲੈਨਾ। ਜਿਹੜੇ ਗੁਰੂ ਨੂੰ ਚੰਗੇ ਲੱਗ ਜਾਂਦੇ ਹਨ, ਪਰਮੇਸ਼ਰ ਨੂੰ ਭਾ ਜਾਂਦੇ ਹਨ, ਪਰਮੇਸ਼ਰ ਉਹਨਾਂ ਨੂੰ ਨਾਮ ਦੀ ਦਾਤ ਬਖਸ਼ ਕੇ ਆਪਣੇ ਚਰਨੀ ਲਾ ਲੈਂਦਾ। ਉਹ ਉਸ ਨੂੰ ਸਿਮਰਨਾ ਕਰਦੇ ਹਨ। ਔਰ ਉਸ ਦੇ ਸੱਚੇ ਸ਼ਬਦ ਨਾਲ ਜੁੜ ਕਰਕੇ ਉਹਦੀ ਸਿਫਤ ਸਲਾਹ ਕਰਦੇ ਹਨ, ਜਿਸ ਦੇ ਬਹਾਨੇ ਸੱਚਾ ਮੇਲ ਮਿਲਾਵਣਿਆ। ਇਸ ਬਹਾਨੇ, ਇਸ ਜਰੀਏ ਪਰਮੇਸ਼ਰ ਉਹਨਾਂ ਨੂੰ ਆਪਣੇ ਵਿੱਚ ਮਿਲਾ ਲੈਂਦਾ। ਜਿਹੜੇ ਹਰੀ ਨੂੰ ਸਿਮਰਦੇ ਹਨ, ਕੌਣ ਸਿਮਰਦੇ ਆ? ਜਿਨ੍ਹਾਂ 'ਤੇ ਹਰੀ ਕਿਰਪਾ ਕਰਦਾ ਹੈ। ਕਿਹਨਾਂ 'ਤੇ ਕਰਦਾ? ਜਿਹੜੇ ਉਹਨੂੰ ਭਾ ਜਾਂਦੇ ਆ। ਭਾਉਂਦੇ ਕੌਣ ਹੈ? ਜਿਹੜੇ ਉਹਦੇ ਮੁਤਾਬਕ ਚੱਲਦੇ ਆ। ਜਿਵੇਂ ਪਾਤਸ਼ਾਹ ਜੀ ਦਾ ਇੱਕ ਹੋਰ ਬਚਨ ਹੈ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ, ਭਾਈ ਫਿਰ ਪਛੋਤਾਵੈ। ਧੰਨ ਗੁਰੂ
ਅਮਰਦਾਸ ਮਹਾਰਾਜ ਜੀ ਇੱਥੇ ਵੀ ਇਹੀ ਗੱਲ ਬਖਸ਼ਿਸ਼ ਕਰਦੇ ਆ ਕਿ ਸਾਡਾ ਉਹੀ ਸਿੱਖ ਹੈ, ਉਹੀ ਸਾਡਾ ਸਕਾ ਹੈ, ਸ਼ਰੀਕਾ, ਰਿਸ਼ਤੇਦਾਰ, ਸਾਕ ਸੰਬੰਧੀ। ਉਹੀ ਸਾਡਾ ਸਿੱਖ ਹੈ, ਸੇਵਕ ਹੈ, ਉਹੀ ਸਾਡਾ ਸਖਾ ਹੈ, ਉਹੀ ਸਾਡਾ ਬੰਧਪ ਹੈ, ਜਿਹੜਾ ਗੁਰੂ ਦੀ ਗੱਲ ਮੰਨਦਾ ਹੈ। ਤੇ ਇਤਿਹਾਸ ਗਵਾਹ ਹੈ, ਜਿਨ੍ਹਾਂ ਨੇ ਗੁਰੂ ਦੀ ਗੱਲ ਨਹੀਂ ਮੰਨੀ ਉਹਨਾਂ ਨੂੰ ਗੁਰੂ ਨੇ ਤਿਆਗ ਦਿੱਤਾ। ਚਾਹੇ ਉਹ ਸਕੇ ਤਾਂ ਦੂਰ, ਆਪਣੇ ਪੁੱਤਰ ਤੱਕ ਨੂੰ ਵੀ ਤਿਆਗ ਦਿੱਤਾ। ਉਹਨਾਂ ਨੇ ਹੁਕਮ ਦੇ ਅੰਦਰ ਨਹੀਂ ਚੱਲਣਾ ਕੀਤਾ। ਜਿਵੇਂ ਰਾਮ ਰਾਏ ਨੂੰ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਦੇਣ ਵੇਲੇ ਪ੍ਰੀਖਿਆ ਲਈ ਅਤੇ ਉਸ ਵੇਲੇ ਪਾਸ ਹੋਏ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ। ਪਰ ਪ੍ਰਿਥੀ ਚੰਦ ਗੁਰੂ ਦੇ ਭਾਣੇ ਵਿੱਚ ਨਹੀਂ ਸੀ ਚੱਲਦਾ, ਉਹਨੂੰ ਤਿਆਗ ਦਿੱਤਾ। ਇਸੇ ਤਰ੍ਹਾਂ ਹੀ ਹਰਿਕ੍ਰਿਸ਼ਨ ਜੀ ਮਹਾਰਾਜ ਸਭ ਤੋਂ ਛੋਟੇ ਸਨ, ਬਹੁਤ ਛੋਟੀ ਉਮਰ ਸੀ। ਰਾਮ ਰਾਏ ਨੂੰ ਗੁਰਤਾ ਗੱਦੀ ਦੇਣੀ ਸੀ, ਪਰ ਉਹ ਵੀ ਗੁਰੂ ਦੇ ਹੁਕਮ ਤੋਂ ਬਾਹਰ ਨਿਕਲ ਗਿਆ, ਹੁਕਮ ਦੀ ਅਦੂਲੀ ਕਰ ਗਿਆ। ਗੁਰੂ ਦੇ ਬਚਨਾਂ 'ਤੇ ਸ਼ੰਕਾ ਕਰਕੇ ਬਚਨ ਬਦਲ ਦਿੱਤਾ। ਤਾਂ ਸਤਿਗੁਰੂ ਹਰਿ ਰਾਏ ਸਾਹਿਬ ਜੀ ਨੇ ਉਸ ਨੂੰ ਵੀ ਤਿਆਗ ਦਿੱਤਾ। ਭਾਵ ਇੱਥੇ ਉਹੀ ਪ੍ਰਵਾਨ ਹੁੰਦਾ ਹੈ ਜੋ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ, ਗੁਰੂ ਦੀ ਮਰਜ਼ੀ ਨਾਲ ਚੱਲਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੈ, ਮਨੁ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਹਿ ਪੈਦਾ ਜਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ। ਪੈਦਾ ਹੁੰਦਾ ਹੈ ਪ੍ਰਵਾਨ, ਪੈਦਾ ਹੁੰਦਾ ਹੈ ਨਿਸ਼ਚਿੰਤ। ਜਿਵੇਂ ਕਿਸੇ ਵੇਲੇ ਖੁਸ਼ੀ ਵਿੱਚ ਅਸੀਂ ਬਾਹਾਂ ਬਾਰ ਕੇ ਚੱਲਦੇ ਹਾਂ ਚੜ੍ਹਦੀ ਕਲਾ ਦੇ ਨਾਲ, ਤਾਂ ਇਸ ਤਰ੍ਹਾਂ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਹਨ। ਉਹਨਾਂ ਨੂੰ ਰਸਤੇ ਵਿੱਚ ਕੋਈ ਰੋਕ ਨਹੀਂ ਸਕਦਾ। ਰੇ ਰੇ ਦਰਗਹਿ ਕਹਿ ਨ ਕੋਊ, ਆਓ ਬੈਠ ਆਦਰ ਸੁਭ ਦਿਓ। ਤਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਸੇ ਗੱਲ ਦੀ ਅੱਜ ਦੇ ਸ਼ਬਦ ਵਿੱਚ ਮਹਿਮਾ ਕਰਦੇ ਹਨ ਕਿ ਅਸਲ ਵਿੱਚ ਉਹ ਹੀ ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਹੁੰਦੇ ਆ ਜਿਹੜੇ ਉਹਦੇ ਹੁਕਮ ਅੰਦਰ ਚੱਲਦੇ ਆ। ਹੁਕਮ ਰਜਾਈ ਜੋ ਚੱਲੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇੱਥੇ ਇੱਕ ਸਵਾਲ ਪੈਦਾ ਹੋਇਆ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਉਸ ਪਰਮੇਸ਼ਰ ਨੂੰ ਕਿਵੇਂ ਭਾ ਜਾਈਏ, ਕਿਵੇਂ ਸੱਚ ਵਾਲੇ ਬਣੀਏ, ਕਿਵੇਂ ਉਹਦੇ ਦਰ 'ਤੇ ਪ੍ਰਵਾਨ ਹੋਈਏ, ਕਿਵੇਂ ਅਸੀਂ ਉਹਨੂੰ ਚੰਗੇ ਲੱਗ ਜਾਈਏ, ਕਿਵੇਂ ਸਾਡੇ ਅਤੇ ਮਾਲਕ ਦੇ ਵਿਚਾਲਿਓਂ ਜਿਹੜਾ ਪਰਦਾ ਹੈ, ਜਿਹੜੀ ਕੰਧ ਹੈ, ਉਹ ਚੱਕੀ ਜਾਵੇ। ਤੇ ਜਵਾਬ ਸਤਿਗੁਰੂ ਜੀ ਨੇ ਦਿੱਤਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਸ ਪਰਮੇਸ਼ਰ ਦੇ ਹੁਕਮ ਅੰਦਰ ਚੱਲ ਕੇ ਹੀ ਅਸੀਂ ਉਸ ਨੂੰ ਪ੍ਰਵਾਨ ਹੋ ਸਕਦੇ ਹਾਂ, ਸੱਚ ਵਾਲੇ ਹੋ ਸਕਦੇ ਹਾਂ, ਸਚਿਆਰੇ ਹੋ ਸਕਦੇ ਹਾਂ। ਅੱਜ ਦੇ ਬਚਨ ਵਿੱਚ ਪ੍ਰੀਤਮ ਜੀ ਕਹਿ ਰਹੇ ਹਨ, ਸੇ ਸੱਚ ਲਾਗੇ ਜੋ ਤੁਧ ਭਾਏ। ਜਿਹੜੇ ਉਹਨੂੰ ਭਾ ਗਏ ਉਹਨਾਂ ਨੂੰ ਪਰਮੇਸ਼ਰ ਆਪਣੇ ਨਾਲ ਲਾ ਲੈਂਦਾ, ਉਹਨਾਂ ਨੂੰ ਸੱਚ 'ਤੇ ਚਲਾ ਲੈਂਦਾ। ਉਹਨਾਂ ਦੇ ਅੰਦਰ ਐਸੀ ਬਖਸ਼ਿਸ਼ ਕਰ ਦਿੰਦਾ ਕਿ ਉਹ ਸੱਚ 'ਤੇ ਚੱਲ ਪੈਂਦੇ ਹਨ। ਸਦਾ ਸੱਚ ਸੇਵੈ ਸਹਿਜ ਸੁਭਾਏ। ਉਹ ਸੁਤੇ ਸਿੱਧ ਹੀ ਸੱਚ 'ਤੇ ਚੱਲਦੇ ਹਨ। ਉਹਨਾਂ ਦੇ ਮੁੱਖ ਵਿੱਚੋਂ ਵੀ ਹਰ ਵੇਲੇ ਸੱਚ ਨਿਕਲਦਾ ਹੈ। ਉਹ ਸੰਸਾਰੀ ਗੱਲਬਾਤ 'ਤੇ ਵੀ ਕਿਸੇ ਨੂੰ ਝੂਠ ਨਹੀਂ ਬੋਲਦੇ, ਜਿਨ੍ਹਾਂ 'ਤੇ ਉਹਦੀ ਕਿਰਪਾ ਹੋ ਜਾਂਦੀ। ਸਦਾ ਸੱਚ ਸੇਵੈ, ਸੱਚ ਬੋਲਦੇ ਹਨ, ਸੱਚ ਗ੍ਰਹਿਣ ਕਰਦੇ ਹਨ, ਸੱਚ ਦੀ ਸੰਗਤ ਕਰਦੇ ਹੈ, ਸੱਚੇ ਦਾ ਸਾਥ ਦਿੰਦੇ ਹਨ। ਭਾਵ ਉਹਨਾਂ ਦੇ ਜੀਵਨ ਵਿੱਚ ਕਹਿਣ, ਸੁਣਨ, ਬੋਲਣ, ਚੱਲਣ, ਕਰਨ ਵਿੱਚ ਸੱਚ ਹੁੰਦਾ ਹੈ।
ਸੱਚੈ ਸ਼ਬਦ ਸੱਚਾ ਸਾਲਾਹੀ। ਉਹ ਸਿਫਤ ਪਰਮੇਸ਼ਰ ਦੀ ਜਿਹੜੀ ਕਰਦੇ ਹੈ, ਉਹ ਵੀ ਉਸ ਦੇ ਹੁਕਮ ਦੇ ਅੰਦਰ ਉਹਦੇ ਸ਼ਬਦਾਂ ਮੁਤਾਬਕ ਕਰਦੇ ਹਨ। ਜਿਵੇਂ ਸਾਨੂੰ ਸੱਚਾ ਸ਼ਬਦ ਬਖਸ਼ਿਸ਼ ਕੀਤਾ ਵਾਹਿਗੁਰੂ। ਹੁਣ ਵਾਹਿਗੁਰੂ ਜਿਹੜਾ ਸ਼ਬਦ ਹੈ ਪਰਮੇਸ਼ਰ ਦਾ ਨਾਮ ਵੀ ਹੈ, ਅਤੇ ਵਾਹਿਗੁਰੂ ਸ਼ਬਦ ਵਿੱਚ ਪਰਮੇਸ਼ਰ ਦੇ ਲੱਛਣ ਵੀ ਹਨ। ਵਾਹਿਗੁਰੂ ਸ਼ਬਦ ਵਿੱਚ ਪਰਮੇਸ਼ਰ ਦੀ ਸਿਫਤ ਸਲਾਹ ਵੀ ਹੈ। ਜਦੋਂ ਵਾਹਿਗੁਰੂ ਕਹਾਂਗੇ, ਪਰਮੇਸ਼ਰ ਧਨ ਹੈ, ਗੁਰੂ ਧਨ ਹੈ। ਜਦੋਂ ਵਾਹਿਗੁਰੂ ਕਹਾਂਗੇ, ਪਰਮੇਸ਼ਰ ਦਾ ਸਰੂਪ ਹੈ ਪਵਨ ਗੁਰੂ। ਵਾਹਿਗੁਰੂ ਦਾ ਇੱਕ ਅਰਥ ਹੈ ਵਾਹ ਹੈ ਗੁਰੂ, ਪਵਨ ਗੁਰੂ, ਹਵਾ ਗੁਰੂ, ਭਾਵ ਹਵਾ ਵਿੱਚੋਂ ਬਣਿਆ ਸ਼ਬਦ ਗੁਰੂ ਹੈ। ਇਸ ਤਰ੍ਹਾਂ ਜਿਨ੍ਹਾਂ 'ਤੇ ਉਹਦੀ ਕਿਰਪਾ ਹੋ ਜਾਂਦੀ ਹੈ, ਉਹ ਉਸ ਦੇ ਸੱਚੇ ਸ਼ਬਦ ਨਾਲ ਉਹਦੀ ਸੱਚੀ ਸਿਫਤ ਸਲਾਹ ਕਰਦੇ ਹਨ। ਸੱਚਾ ਸ਼ਬਦ ਸੱਚਾ ਸਾਲਾਹੀ, ਸੱਚਾ ਮੇਲ ਮਿਲਾਵਣਿਆ। ਉਹ ਸੱਚੇ ਦੇ ਸ਼ਬਦ ਨਾਲ ਜੁੜ ਕਰਕੇ ਸੱਚੇ ਦੀ ਸਿਫਤ ਸਲਾਹ ਕਰਦੇ ਹਨ, ਸੱਚੇ ਦੇ ਨਾਲ ਮੇਲ ਮਿਲਾਪ ਰੱਖਦੇ ਹਨ, ਅਤੇ ਇੱਕ ਦਿਨ ਉਹ ਸੱਚ ਵਿੱਚ ਮਿਲ ਜਾਂਦੇ ਹਨ। ਤਾਂ ਤੇ ਸਤਿਗੁਰੂ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਸਤਿਗੁਰੂ ਅਮਰਦਾਸ ਜੀ ਕਹਿੰਦੇ, ਮੈਂ ਐਸੇ ਸਿੱਖਾਂ ਤੋਂ ਬਲਿਹਾਰੇ ਜਾਂਦਾ ਹਾਂ, ਐਸੇ ਪਰਮੇਸ਼ਰ ਦੇ ਪਿਆਰਿਆਂ ਤੋਂ ਮੈਂ ਸਦਾ ਬਲਿਹਾਰੇ ਜਾਂਦਾ ਹਾਂ। ਹਉ ਵਾਰੀ ਜੀਓ ਵਾਰੀ ਸੱਚ ਸਲਾਹਣਿਆ। ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ ਜਿਹੜੇ ਸੱਚ 'ਤੇ ਪਹਿਰਾ ਦਿੰਦੇ ਆ। ਸੱਚ ਸਲਾਹਣਿਆਂ ਦਾ ਮਤਲਬ ਕੇਵਲ ਪਰਮੇਸ਼ਰ ਨੂੰ ਸਲਾਹੁਣਾ ਹੀ ਨਹੀਂ, ਆਪਣੇ ਜੀਵਨ ਦੇ ਵਿੱਚ ਜਿਹੜੇ ਸੱਚ ਧਾਰਨ ਕਰ ਲੈਂਦੇ ਆ ਉਹਨਾਂ ਦੀ ਗੱਲ ਹੈ। ਜਿਹੜੇ ਆਪਣੇ ਜੀਵਨ ਵਿੱਚ ਹਮੇਸ਼ਾ ਸੱਚ ਨੂੰ ਧਾਰਨ ਕਰਕੇ ਰੱਖਦੇ ਆ, ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ। ਗੁਰੂਆਂ ਨੇ ਸਿੱਖਾਂ ਦੀ ਮਹਿਮਾ ਕੀਤੀ ਹੈ ਬਹੁਤ ਥਾਵਾਂ 'ਤੇ, ਪਰ ਕਿਹਨਾਂ ਸਿੱਖਾਂ ਦੀ? ਜਿਨ੍ਹਾਂ ਨੇ ਸੱਚ 'ਤੇ ਚੱਲਣਾ ਕੀਤਾ। ਭਾਈ ਕਨ੍ਹਈਆ ਜੀ ਵਰਗੇ, ਜਿਨ੍ਹਾਂ ਨੇ ਸੱਚ ਨੂੰ ਗ੍ਰਹਿਣ ਕੀਤਾ, ਸੱਚ ਮੁਤਾਬਕ ਚੱਲਣਾ ਕੀਤਾ, ਸਤਿਗੁਰਾਂ ਨੇ ਆਪ ਉਹਨਾਂ ਦੀ ਮਹਿਮਾ ਕੀਤੀ। ਸੇ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਨਾਨਕ ਦਾਸਨ ਦਾਸ ਹੈ, ਇਹ ਨਾਨਕ ਤੇਰੇ ਦਾਸਾਂ ਦਾ ਦਾਸ ਹੈ। ਜਿਹੜੇ ਤੇਰੇ ਦਾਸ ਭਾਵ ਨਾਲ ਚੱਲਦੇ ਹਨ, ਮੈਂ ਉਹਨਾਂ ਦਾ ਵੀ ਦਾਸ ਹਾਂ। ਹਉ ਵਾਰੀ ਜੀਓ ਵਾਰੀ ਸੱਚ ਸਲਾਹਣਿਆ। ਸੱਚ ਤੇ ਆਇਨ ਸੇ ਸੱਚ ਰਾਤੇ। ਜਿਹੜੇ ਸੱਚ ਨਾਲ ਜੁੜਦੇ ਹਨ, ਸੱਚ ਨੂੰ ਧਾਰਨ ਕਰਦੇ ਹਨ, ਸੱਚ ਨੂੰ ਧਿਆਉਂਦੇ ਹਨ, ਸੱਚ ਦੀ ਸਿਫਤ ਸਲਾਹ ਕਰਦੇ ਹਨ, ਇੱਕ ਦਿਨ ਉਹ ਉਹਦੇ ਰੰਗ ਵਿੱਚ ਰੰਗੇ ਜਾਂਦੇ ਹੈ। ਕਿਉਂਕਿ ਜਿਹੋ ਜਿਹਾ ਸਾਡਾ ਜੀਵਨ ਹੁੰਦਾ ਹੈ ਨਾ, ਸਾਡੀ ਬੋਲ ਬਾਣੀ, ਸਾਡਾ ਚਾਲ ਚੱਲਣ, ਸਾਡੀ ਉੱਠਣ ਬੈਠਣ, ਸਾਡੀ ਸੰਗਤ ਕਿਹਦੇ ਨਾਲ ਕਰਦੇ ਹਾਂ, ਸਾਡੀ ਸੋਚ, ਸਾਡਾ ਖਾਣਾ ਪੀਣਾ, ਇਹ ਸਾਰਾ ਚੀਜ਼ਾਂ ਜਿਹੜੀਆਂ ਹਨ, ਇਹਨਾਂ 'ਤੇ ਹੀ ਸਾਡੇ ਜੀਵਨ ਨੂੰ ਕੈਸਾ ਰੰਗ ਚੜ੍ਹਦਾ ਹੈ ਡਿਪੈਂਡ ਕਰਦਾ ਹੈ। ਜਿਹੜੇ ਸੱਚ ਨਾਲ ਜੁੜਦੇ ਆ ਉਹਨਾਂ ਦੇ ਜੀਵਨ 'ਤੇ ਸੱਚ ਦਾ ਰੰਗ ਚੜ੍ਹ ਜਾਂਦਾ, ਜਿਹੜੇ ਝੂਠ ਨਾਲ ਜੁੜਦੇ ਆ ਉਹਨਾਂ 'ਤੇ ਝੂਠ ਦਾ ਚੜ੍ਹ ਜਾਂਦਾ। ਸੱਚ ਤੇ ਆਇਨ ਸੇ ਸੱਚ ਰਾਤੇ। ਸੱਚੇ ਸੱਚ ਸਮਾਵਣਿਆ। ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ ਜਿਹੜੇ ਤੇ ਸੱਚੇ ਰੰਗ ਵਿੱਚ ਰੰਗੇ ਹੋਏ ਨੇ, ਅਤੇ ਇੱਕ ਦਿਨ ਚਲਦੇ ਚਲਦੇ ਤੇਰੇ ਵਿੱਚ ਹੀ ਸਮਾ ਜਾਂਦੇ ਹੈ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਹਰੀ ਦੇ ਪਿਆਰੇ ਹਰੀ ਨੂੰ ਸਿਮਰਦੇ ਸਿਮਰਦੇ ਇੱਕ ਦਿਨ ਹਰੀ ਦੇ ਵਿੱਚ ਹੀ ਸਮਾ ਜਾਂਦੇ ਹਨ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਫਿਰ ਉਹਨਾਂ ਦੇ ਨੇਤਰ ਕੈਸੇ ਹੋ ਜਾਂਦੇ ਹੈ? ਜਹ ਦੇਖਾਂ ਸੱਚ ਸਭਨੀ ਥਾਈ।
ਉਹਨਾਂ ਦੇ ਨੇਤਰ ਐਸੇ ਹੋ ਜਾਂਦੇ ਆ ਕਿ ਜਿੱਥੇ ਵੀ ਦੇਖਦੇ ਆ ਉਹਨਾਂ ਨੂੰ ਉਹੀ ਦਿਖਾਈ ਦਿੰਦਾ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦਾ ਜੀਵਨ ਹੈ, ਉਹਨਾਂ ਨੂੰ ਹਰ ਥਾਂ 'ਤੇ ਪਰਮੇਸ਼ਰ ਹੀ ਦਿਖਾਈ ਦਿੰਦਾ। ਹੁਣ ਜੇ ਝੌਂਪੜੀ ਨੂੰ ਅੱਗ ਲੱਗ ਗਈ ਤੇ ਉੱਥੇ ਵੀ ਕਹਿੰਦੇ ਝੌਂਪੜੀ ਤੂੰ ਸਾਂਭ ਲਈ ਆ, ਹੁਣ ਤਾਂ ਸਮਾਨ ਵੀ ਤੂੰ ਸਾਂਭ, ਮੈਂ ਕਿੱਥੇ ਰੱਖਾਂ। ਇਸ ਤਰ੍ਹਾਂ ਕਿਤਨੀਆਂ ਘਟਨਾਵਾਂ ਹੋਈਆਂ ਭਗਤ ਨਾਮਦੇਵ ਜੀ ਦੇ ਜੀਵਨ ਵਿੱਚ, ਉਹਨਾਂ ਨੂੰ ਹਰ ਥਾਂ ਉਹੀ ਦਿਖਾਈ ਦਿੱਤਾ। ਭਾਈ ਕਨ੍ਹਈਆ ਜੀ ਨੂੰ ਸਤਿਗੁਰੂ ਪਾਤਸ਼ਾਹ ਪੁੱਛਦੇ ਆ, ਬਈ ਤੂੰ ਦੁਸ਼ਮਣ ਨੂੰ ਪਾਣੀ ਪਿਆਉਣਾ? ਕਹਿੰਦਾ ਨਾ ਜੀ, ਮੈਂ ਤਾਂ ਤੁਹਾਨੂੰ ਹੀ ਪਿਆਉਣਾ, ਹਰ ਥਾਂ 'ਤੇ ਮੈਨੂੰ ਤੁਸੀਂ ਦਿਖਾਈ ਦਿੰਦੇ ਆ। ਤਾਂ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋ ਗਿਆ। ਉਹਨਾਂ ਦੀਆਂ ਅੱਖਾਂ ਜਿਹੜੀਆਂ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਬੇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿਹਨਾਂ ਨੂੰ? ਜਿਨ੍ਹਾਂ ਨੇ ਹਰੀ ਨਾਲ ਜੁੜਨਾ ਕੀਤਾ। ਤੇ ਦੂਜਿਆਂ ਨੂੰ ਇਸ ਸੰਸਾਰ ਵਿਸ਼ੇ ਵਿਕਾਰਾਂ ਦਾ ਕੋਠਾ ਵੀ ਨਜ਼ਰ ਆਇਆ, ਉਹ ਵੀ ਹੈ। ਕਿਉਂਕਿ ਜਿਹੋ ਜੀ ਕਿਸੇ ਦੀ ਸੋਚ ਹੁੰਦੀ ਹੈ, ਉਹੋ ਜਿਹੀ ਚੀਜ਼ ਗ੍ਰਹਿਣ ਕਰਦਾ। ਜੇ ਹੰਸਾਂ ਦੀ ਗੱਲ ਕਰੀਏ ਤੇ ਹੰਸ ਮਾਨ ਸਰੋਵਰ 'ਤੇ ਜਾਂਦੇ ਆ, ਉੱਥੋਂ ਕੇਵਲ ਮੋਤੀ ਚੁੱਕਦੇ ਆ। ਤੇ ਜੇ ਉੱਥੇ ਕਾਂ ਚਲਿਆ ਜਾਵੇ, ਉਹਨੂੰ ਉਹ ਚੀਜ਼ ਚੰਗੀ ਨਹੀਂ ਲੱਗਦੀ। ਕਹੋ ਸਤਿਨਾਮ ਸ੍ਰੀ। ਇਸੇ ਤਰ੍ਹਾਂ ਗੁਰਮੁਖਾਂ ਦੀ ਸੰਗਤ ਹੋਰ ਹਿਸਾਬ ਦੀ ਹੈ, ਮਨਮੁਖਾਂ ਦੀ ਹੋਰ ਹਿਸਾਬ ਦੀ ਹੈ। ਮਨਮੁਖਾਂ ਨੂੰ ਚੁਗਲੀ, ਨਿੰਦਿਆ ਆਦਿ ਚੰਗਾ ਲੱਗਦਾ, ਗੁਰਮੁਖਾਂ ਨੂੰ ਗੁਰਬਾਣੀ ਚੰਗੀ ਲੱਗਦੀ ਆ। ਗੁਰਮੁਖਾਂ ਨੂੰ ਹਰ ਥਾਂ 'ਤੇ ਉਹ ਹੀ ਦਿਖਾਈ ਦਿੰਦਾ, ਹੋਰ ਕੁਝ ਦਿਸਦਾ ਹੀ ਨਹੀਂ। ਜਿਸ ਤਰ੍ਹਾਂ ਉਦਾਹਰਨ ਦੇ ਤੌਰ 'ਤੇ ਅਰਜਨ ਪਾਂਡੋ ਜਿਹੜਾ ਹੋਇਆ, ਕੈਰਵਾਂ ਪਾਂਡਵਾਂ ਦੇ ਸਮੇਂ, ਇੱਕ ਉਹਨਾਂ ਨੇ ਗੁਰੂ ਪਿਆਰਿਓ ਸ਼ਾਦੀ ਰੱਖੀ। ਮੈਂ ਇੱਕ ਲੜਕੀ ਦੀ ਸ਼ਾਦੀ ਕਰਨੀ ਹੈ ਤੇ ਉਹਨੂੰ ਉਹ ਵਿਆਹ ਸਕੇਗਾ ਜਿਹੜਾ ਸਰੋਂ ਦੇ ਤੇਲ ਵਿੱਚ ਘੁੰਮ ਰਹੀ ਮੱਛੀ ਦੀ ਅੱਖ ਵਿੱਚ ਤੀਰ ਮਾਰ ਦੇਵੇ। ਤੇ ਬਹੁਤ ਲੋਕਾਂ ਨੇ ਜ਼ੋਰ ਲਾਇਆ। ਪਾਂਡੋ ਅਰਜਨ ਦੀ ਵਾਰੀ ਆਈ। ਇਹ ਨਿਸ਼ਾਨ 'ਚ ਬਹੁਤ ਤਕੜਾ ਸੀਗਾ, ਛੋਟੇ ਤੋਂ ਛੋਟੇ ਥਾਂ 'ਤੇ ਤੀਰ ਦਾ ਨਿਸ਼ਾਨਾ ਲਾ ਸਕਦਾ ਸੀ। ਤੇ ਜਿਸ ਵੇਲੇ ਇਹ ਉੱਥੇ ਪਹੁੰਚਿਆ ਪ੍ਰੀਖਿਆ ਵਿੱਚ, ਤੇ ਇਹਨੂੰ ਪੁੱਛਿਆ ਗਿਆ ਵੀ ਤੈਨੂੰ ਕੀ ਦਿਖਾਈ ਦਿੰਦਾ? ਕਹਿੰਦਾ ਮੈਨੂੰ ਮੱਛੀ ਦੀ ਅੱਖ ਤੋਂ ਬਿਨਾਂ ਕੁਛ ਨਹੀਂ ਦਿਸਦਾ। ਕਹੋ ਸਤਿਨਾਮ ਸੀ। ਭਾਵੇਂ ਕਿ ਉੱਥੇ ਕੜਾਹਾ ਵੀ ਹੈ, ਵਿੱਚ ਤੇਲ ਵੀ ਹੈ, ਮੱਛੀ ਘੁੰਮ ਰਹੀ ਆ ਔਰ ਸਭਾ ਵੀ ਬੈਠੀ ਹੈ, ਪਰ ਉਸ ਦਾ ਨਿਸ਼ਾਨਾ, ਉਸ ਦਾ ਏਮ ਕੀ ਹੈ? ਮੱਛੀ ਦੀ ਅੱਖ ਨੂੰ ਬੰਨ੍ਹਣਾ, ਹੋਰ ਕੁਛ ਨਹੀਂ ਹੈ। ਇਸੇ ਤਰ੍ਹਾਂ ਹੀ ਸੱਚ 'ਤੇ ਚੱਲਣ ਵਾਲਿਆਂ ਨੂੰ ਸੱਚ ਦਿਖਾਈ ਦਿੰਦਾ, ਝੂਠ 'ਤੇ ਚੱਲਣ ਵਾਲਿਆਂ ਨੂੰ ਝੂਠ ਦਿਖਾਈ ਦਿੰਦਾ। ਜੈ ਦੇਖਾਂ ਸੱਚ ਸਭਨੀ ਥਾਈ, ਗੁਰ ਪ੍ਰਸਾਦੀ ਮਨ ਵਸਾਈ। ਪਰ ਇਹ ਗੱਲ ਬਣੀ ਹੈ ਗੁਰੂ ਦੀ ਕਿਰਪਾ ਦੇ ਨਾਲ, ਕਿਉਂਕਿ ਗੁਰੂ ਹੀ ਇਹ ਗਿਆਨ ਬਖਸ਼ਿਸ਼ ਕਰਦਾ, ਸਾਡੀ ਅੱਖ ਦਾ ਆਪਰੇਸ਼ਨ ਕਰਦਾ। ਸਾਡੀਆਂ ਅੱਖਾਂ 'ਚ ਹੀ ਨੁਕਸ ਆ, ਔਰ ਅੱਖਾਂ ਦੇ ਵੀ ਪਿੱਛੇ ਦੇਖਣ ਵਾਲਾ ਜਿਹੜਾ ਇਹਦੇ ਵਿੱਚ ਦੀ ਵੇਖਦਾ ਮਨ, ਉਹਦੇ ਵਿੱਚ ਨੁਕਸ ਆ। ਤੇ ਗੁਰੂ ਕੀ ਕਹਿੰਦਾ? ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨਿਆ ਪਾਈਐ। ਸਿੱਖਾ ਆਪਣਾ ਤਨ ਤੇ ਮਨ ਧਨ ਇਹ ਗੁਰੂ ਚਰਨਾਂ ਵਿੱਚ ਰੱਖਦੇ। ਹੁਣ ਤੂੰ ਉਵੇਂ ਚੱਲ ਜਿਵੇਂ ਗੁਰੂ ਕਹਿੰਦਾ। ਮਨ ਨੂੰ ਤਾਂ ਮਨੁੱਖ ਪਹਿਲਾਂ ਵੀ ਵਰਤਦਾ ਹੈ, ਪਰ ਫਿਰ ਗੁਰੂ ਦੇ ਹੁਕਮ ਮੁਤਾਬਕ ਵਰਤਦਾ ਹੈ। ਮਨ ਤਾਂ ਰੋਜ਼ ਕਹਿੰਦਾ ਇੱਧਰ ਨੂੰ ਚੱਲੀਏ, ਇੱਧਰ ਨੂੰ ਚੱਲੀਏ, ਇੱਧਰ ਨੂੰ ਚੱਲੀਏ, ਪਰ ਗੁਰਮੁਖ ਇਸ ਮਨ ਨੂੰ ਉਸ ਪਾਸੇ ਲਿਜਾਂਦਾ ਜਿੱਧਰ ਗੁਰੂ ਕਹਿੰਦਾ ਹੈ। ਭੂਮੀਏ ਚੋਰ ਨੇ ਪਹਿਲਾਂ ਬਹੁਤ ਚੋਰੀਆਂ ਕੀਤੀਆਂ,
ਗਰੀਬ ਮਾਰਾਂ ਵੀ ਕੀਤੀਆਂ ਹੋਣਗੀਆਂ, ਲੋਕਾਂ ਦਾ ਨੂਨ ਖਾ ਕੇ ਹਰਾਮ ਵੀ ਕੀਤਾ ਹੋਣਾ, ਝੂਠ ਵੀ ਬੋਲਿਆ ਹੋਣਾ, ਪਰ ਜਿੱਦਣ ਬਾਬਾ ਨਾਨਕ ਮਿਲ ਗਿਆ, ਜਿੱਦਣ ਗੁਰੂ ਨਾਨਕ ਦੇਵ ਜੀ ਦੀ ਸੰਗਤ ਹੋ ਗਈ, ਉਦਣ ਉਸ ਨੂੰ 3 ਬਚਨ ਦੇ ਦਿੱਤੇ। ਪਹਿਲੇ ਤਾਂ ਕਿਹਾ ਸੀ ਵੀ ਚੋਰੀਆਂ ਛੱਡ ਦੇ, ਕਹਿੰਦਾ ਜੀ ਚੋਰੀ ਤਾਂ ਨਹੀਂ ਛੁੱਟਣੀ, ਸਿੱਧੀ ਗੱਲ ਆ। ਕਹਿੰਦੇ ਚੱਲ ਫਿਰ ਤੂੰ ਚੋਰੀ ਨਾ ਛੱਡ, ਸਾਡੀਆਂ 3 ਗੱਲਾਂ ਮੰਨ ਲਵੇਂਗਾ? ਕਹਿੰਦੇ ਦੱਸੋ। ਪਾਤਸ਼ਾਹ ਕਹਿਣ ਲੱਗੇ ਵੀ ਇੱਦਾਂ ਕਰੀ, ਇੱਕ ਤਾਂ ਝੂਠ ਨਾ ਬੋਲੀ, ਚੋਰੀ ਕਰ ਲਿਆ ਕਰ, ਝੂਠ ਨਾ ਬੋਲੀ। ਠੀਕ ਹੈ ਜੀ, ਝੂਠ ਨਹੀਂ ਬੋਲਦਾ ਅੱਜ ਤੋਂ। ਕਿਸੇ ਦਾ ਲੂਣ ਖਾ ਕੇ ਹਰਾਮ ਨਾ ਕਰੀ, ਜਿਹਦਾ ਲੂਣ ਖਾ ਲਿਆ ਉਹਦੀ ਚੋਰੀ ਨਹੀਂ ਕਰਨੀ। ਠੀਕ ਹੈ ਜੀ। ਤੇ ਤੀਸਰਾ ਬਚਨ, ਗਰੀਬ ਮਾਰ ਨਾ ਕਰੀ। ਠੀਕ ਹੈ ਜੀ, ਗਰੀਬ ਦੀ ਚੋਰੀ ਨਹੀਂ ਕਰਦਾ, ਝੂਠ ਨਹੀਂ ਬੋਲਦਾ ਅਤੇ ਲੂਣ ਹਰਾਮ ਨਹੀਂ ਕਰਦਾ। ਇਹ 3 ਬਚਨ ਸਤਿਗੁਰਾਂ ਨੇ ਭੂਮੀਏ ਨੇ ਗੰਢ ਬੰਨ੍ਹ ਲਏ। ਔਰ ਜਦੋਂ ਹੀ ਉਸ ਤੋਂ ਬਾਅਦ ਚੋਰੀ ਕਰਨ ਲੱਗਿਆ ਤਾਂ ਘਰੋਂ ਨਿਕਲਦਾ ਚੋਰੀ ਕਰਨ ਵਾਸਤੇ, ਕਿੱਧਰ ਜਾਈਏ? ਤੁਰਨ ਤੋਂ ਪਹਿਲਾਂ ਬਾਬੇ ਨਾਨਕ ਦੇ ਬਚਨ ਪੜ੍ਹਦਾ ਹੈ, ਗਰੀਬ ਮਾਰ ਨਹੀਂ ਕਰਨੀ। ਫਿਰ ਕਿਸੇ ਰਾਜੇ ਦੇ ਕਰਦੇ ਆ, ਕਹੋ ਸਤਨਾਮ ਸ੍ਰੀ। ਗੁਰੂ ਦਾ ਬਚਨ ਨਹੀਂ ਤਿਆਗਣਾ, ਕਿਸੇ ਰਾਜੇ ਦੀ ਚੋਰੀ ਕਰ ਲੈਂਦੇ ਆ, ਗਰੀਬ ਮਾਰ ਨਹੀਂ ਕਰਦੇ। ਤੇ ਜਦ ਰਾਜੇ ਦੀ ਚੋਰੀ ਕਰਨ ਪਹੁੰਚਿਆ ਤੇ ਗਾ ਪਹਿਰੇਦਾਰ ਖੜੇ ਹੈ, ਤੇ ਪਹਿਰੇਦਾਰ ਕਹਿੰਦੇ ਕੌਣ ਆ ਤੂੰ? ਫਿਰ ਬਾਬੇ ਨਾਨਕ ਦੇ ਬਚਨ ਯਾਦ ਕਰਦਾ, ਝੂਠ ਨਹੀਂ ਬੋਲਣਾ, ਹੁਣ ਕੀ ਕਰੀਏ? ਦੇਖੀ ਜਾਓ, ਸੱਚ ਬੋਲ ਦਿੰਦੇ ਆ। ਕਹਿੰਦਾ ਮੈਂ ਚੋਰ ਹਾਂ, ਹੋਰ ਕੌਣ ਆ? ਪਹਿਰੇਦਾਰ ਕਹਿੰਦੇ ਨਹੀਂ ਨਹੀਂ ਭਾਈ ਸਾਹਿਬ, ਅਸੀਂ ਤਾਂ ਵੈਸੇ ਹੀ ਪੁੱਛਿਆ, ਕਿਉਂਕਿ ਵਧੀਆ ਕੱਪੜੇ ਪਾ ਕੇ ਚਲਿਆ ਗਿਆ, ਛੁੱਟੜ ਬੁੱਟੜ। ਐਂ ਲੱਗਿਆ ਜਿਵੇਂ ਕੋਈ ਰਾਜੇ ਨੂੰ ਮਿਲਣ ਵਾਸਤੇ ਰਿਸ਼ਤੇਦਾਰ ਆਇਆ ਹੋਣਾ ਉਹਦਾ। ਸਾਡੇ ਦਿਮਾਗ ਦਾ ਸੁਭਾਅ ਹੀ ਐਸਾ, ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਮਝਦਾ। ਸਾਡੀ ਸੋਚਣ ਸ਼ਕਤੀ ਇਹੋ ਜਿਹੀ ਹੈ। ਜੇ ਉਹ ਕਹਿੰਦਾ ਮੈਂ ਮਿਲਣਾ ਆ, ਫਿਰ ਉਹਨੂੰ ਕਹਿਣਾ ਚੋਰ ਹੈ, ਇਹਨੂੰ ਇਸ ਵੇਲੇ ਕੋਈ ਮਿਲਣ ਦਾ ਟਾਈਮ ਹੈ? ਜਦੋਂ ਉਹਨੇ ਕਹਿਤਾ ਮੈਂ ਚੋਰ ਹਾਂ, ਫਿਰ ਕਹਿੰਦੇ ਨਹੀਂ ਨਹੀਂ ਭਾਈ ਸਾਹਿਬ ਕੋਈ ਗੱਲ ਨਹੀਂ, ਸਾਡਾ ਤਾਂ ਕੰਮ ਹੀ ਹੈ ਪੁੱਛਣਾ, ਤੁਸੀਂ ਚੋਰ ਲੱਗਦੇ ਤਾਂ ਹੈ ਨਹੀਂ। ਲੰਘ ਜੋ ਲੰਘ ਜੋ, ਗੇਟ ਖੋਲ੍ਹ ਕੇ ਲੰਘਾਤਾ ਆਪ ਹੀ। ਗਾਂ ਚੋਰੀ ਕੀਤੀ, ਖਜ਼ਾਨਾ ਭੰਨਿਆ, ਪੰਡ ਵੰਡ ਲਈ ਸਮਾਨ ਦੀ। ਜਦ ਤੁਰਨ ਲੱਗਿਆ ਤੇ ਕਿਤੇ ਖਾਣੇ ਵਾਲੀ ਮੇਜ਼ ਉੱਤੇ ਪਲੇਟ ਪਈ ਸੀ, ਕੋਈ ਲੂਣ ਵਾਲੀ, ਕੋਈ ਚੂਰਨ ਵਾਲੀ, ਉਹ 'ਤੇ ਹੱਥ ਵੱਜ ਗਿਆ। ਉਹ ਉਂਗਲਾਂ ਨੂੰ ਭੁਰਭੁਰਾ ਲੱਗ ਗਿਆ। ਕਾਹਲੀ ਕਾਹਲੀ 'ਚ ਪਤਾ ਨਹੀਂ ਲੱਗਿਆ ਕਦੋਂ ਉਂਗਲ ਮੂੰਹ ਨੂੰ ਲੱਗ ਗਈ। ਉਹ ਲੂਣ ਸੀਗਾ। ਕਹਿੰਦਾ ਉਹ ਇਹ ਤਾਂ ਲੂਣ ਖਾਧਾ ਗਿਆ। ਬਾਬੇ ਨਾਨਕ ਦਾ ਬਚਨ ਦੁਬਾਰੇ ਨਹੀਂ ਮਿਲਣਾ, ਚੋਰੀ ਤਾਂ ਕੱਲ੍ਹ ਨੂੰ ਹੋਰ ਕਿਤੇ ਕਰ ਲਾਂਗੇ, ਇਹਨੂੰ ਛੱਡੋ ਹੁਣ। ਇਸ ਕਰਕੇ ਉਹਨੇ ਉੱਥੇ ਲੂਣ ਹਰਾਮ ਨਹੀਂ ਕਰਨ ਵਾਲੀ ਗੱਲ ਵੀ ਮੰਨ ਲਈ। ਬਸ ਇਸੇ ਚੋਰੀ ਤੋਂ ਬਾਅਦ ਉਹਨੂੰ ਚੋਰੀ ਕਰਨ ਦੀ ਲੋੜ ਨਹੀਂ ਪਈ। ਉਹ ਰਾਜੇ ਨੇ ਉਸ ਨੂੰ ਆਪਣਾ ਵਜ਼ੀਰ ਬਣਾ ਲਿਆ। ਕਹੋ ਸਤਨਾਮ ਸ੍ਰੀ। ਕਿਉਂਕਿ ਰਾਜੇ ਨੇ ਤੜਕੇ ਦੇਖਿਆ ਖਜ਼ਾਨਾ ਭੰਨਿਆ ਪਿਆ, ਪਰ ਚੋਰ ਲੈ ਕੇ 1 ਪੈਸਾ ਵੀ ਨਹੀਂ ਗਿਆ। ਪਰ ਚੋਰ ਲੱਭਣਾ ਚਾਹੀਦਾ, ਅਤੇ ਬਹੁਤ ਸਾਰੇ ਚੋਰਾਂ ਨੂੰ, ਨਾਮੀ ਚੋਰਾਂ ਨੂੰ ਇਕੱਠੇ ਕਰ ਕੁੱਟਣਾ ਸ਼ੁਰੂ ਕੀਤਾ। ਅਤੇ ਇਹ ਚੋਰ ਨੂੰ ਪਤਾ ਲੱਗਿਆ ਭੂਮੀਏ ਨੂੰ, ਵੀ ਯਾਰ ਮੇਰੇ ਥਾਂ 'ਤੇ ਗਰੀਬਾਂ ਨੂੰ ਕੁੱਟੀ ਜਾਂਦੇ ਆ, ਚੋਰੀ ਤਾਂ ਮੈਂ ਕਰਨ ਗਿਆ ਸੀਗਾ। ਅਤੇ ਆਪ ਹੀ ਪੇਸ਼ ਹੋ ਗਿਆ ਜਾ ਕੇ, ਕਹਿੰਦਾ ਚੋਰ ਤਾਂ ਮੈਂ ਆ, ਤੂੰ ਛੱਡੇ ਸਾਰਿਆਂ ਨੂੰ। ਮੈਂ ਗਰੀਬ ਮਾਰ ਨਹੀਂ ਕਰਨੀ, ਬਾਬੇ ਨਾਨਕ ਨੇ ਕਿਹਾ ਸੀਗਾ। ਉਹ ਰਾਜਾ ਹੈਰਾਨ ਹੋ ਗਿਆ ਵੀ ਇਹ ਤਾਂ ਕੁੱਟੇ ਨਹੀਂ ਮੰਨਦੇ, ਤੂੰ ਆਪੇ ਆ ਕੇ ਫਸ ਗਿਆ। ਕਹਿੰਦਾ ਮੈਂ ਫਸਿਆ ਨਹੀਂ, ਮੈਂ ਆਪਣੇ ਮਹਾਂਪੁਰਸ਼ਾਂ ਦਾ ਬਚਨ ਸੰਭਾਲਿਆ, ਚੋਰੀ ਕਰਨ ਮੈਂ ਆਇਆ ਸੀ। ਇਹ ਛੱਡ ਸਾਰੇ, ਉਹ ਸਾਰੇ ਬੰਦੇ ਛੁਡਾਤੇ, ਇਹਨੂੰ ਬਿਠਾ ਲਿਆ। ਫਿਰ ਤੂੰ ਲਗਿਆ ਕਿਉਂ ਨਹੀਂ ਚੋਰੀ ਦਾ ਸਮਾਨ? ਅੰਦਰ ਕਿਵੇਂ ਵੜਿਆ? ਪਹਿਰੇਦਾਰ ਖੜ੍ਹੇ ਸੀ ਬਾਹਰ 'ਚ। ਕਹਿੰਦਾ ਪਹਿਰੇਦਾਰਾਂ ਨੇ ਆਪੇ ਹੀ ਟਪਾਇਆ ਮੈਨੂੰ ਅੰਦਰ। ਪੁੱਛਿਆ ਸੀ ਉਹਨਾਂ ਨੇ ਕੌਣ ਹੈ ਤੂੰ? ਮੈਂ ਕਿਹਾ ਚੋਰ ਹਾਂ। ਮੈਨੂੰ ਕਹਿੰਦੇ ਕੋਈ ਨਹੀਂ ਭਾਈ ਸਾਹਿਬ ਟੱਪ ਜਾਓ, ਸਾਡਾ ਤਾਂ ਕੰਮ ਹੀ ਹੈ ਭਾਈ ਪੁੱਛਣਾ, ਪਹਿਰੀ ਡਿਊਟੀ ਹੈ। ਪਹਿਲਾਂ ਪੁੱਛਿਆ ਟਪਾਇਆ ਸੀ ਬੰਦਾ? ਇਹ ਕਹਿੰਦੇ ਹਾਂ ਜੀ। ਇਹ ਤਾਂ ਸ਼ੱਕ ਹੀ ਨਹੀਂ ਪਿਆ। ਇਹ ਕਹਿੰਦਾ ਮੈਂ ਚੋਰ ਹਾਂ। ਪਰ ਚੋਰ ਐਂ ਥੋੜ੍ਹਾ ਹੁੰਦੇ ਆ ਜਿਹੜੇ ਦੱਸਦੇ ਹੁੰਦੇ ਆ।
ਫਿਰ ਤੂੰ ਅੰਦਰ ਆ ਕੇ ਚੋਰੀ ਕੀਤੀ, ਖਜ਼ਾਨਾ ਭੰਨਿਆ, ਸਮਾਨ ਬੰਨ੍ਹ ਲਿਆ, ਪੰਡ ਬੰਨ੍ਹ ਲਈ, ਲੈ ਕੇ ਨਹੀਂ ਗਿਆ। ਕਹਿੰਦੇ ਜੀ ਮਹਾਂਪੁਰਸ਼ਾਂ ਨੇ ਕਿਹਾ ਸੀਗਾ ਲੂਣ ਹਰਾਮ ਨਹੀਂ ਕਰਨਾ ਤੁਹਾਡੇ। ਮੈਂ ਨਾ ਕੌਲੀ ਦੇ ਵਿੱਚ ਲੂਣ ਪਿਆ ਸੀ, ਪਤਾ ਨਹੀਂ ਚੂਰਨ ਪਿਆ ਸੀ, ਉਹ ਮੇਰੇ ਹੱਥ ਨੂੰ ਲੱਗ ਗਿਆ ਭਰੋਪਰਾ, ਮੈਂ ਮੂੰਹ ਨੂੰ ਲਾ ਲਿਆ ਅਤੇ ਉਹ ਲੂਣ ਸੀ, ਅਤੇ ਇਸ ਕਰਕੇ ਮੈਂ ਤੁਹਾਡੀ ਚੋਰੀ ਛੱਡ ਕੇ ਤੁਰ ਗਿਆ ਵੀ ਕੱਲ੍ਹ ਨੂੰ ਕਿਤੇ ਹੋਰ ਕਰ ਲਾਂਗੇ। ਮਹਾਂਪੁਰਸ਼ਾਂ ਦੇ ਬਚਨ ਫੇਰ ਨਹੀਂ ਮਿਲਣੇ। ਰਾਜਾ ਕਹਿੰਦੇ ਤੇਰੇ ਵਰਗਾ ਸੁਧਰਿਆ ਬੰਦਾ ਕਿੱਥੇ ਮਿਲਣਾ, ਮੈਂ ਤੈਨੂੰ ਆਪਣਾ ਵਜ਼ੀਰ ਬਣਾਉਣਾ। ਕਹੋ ਸਤਨਾਮ ਸ੍ਰੀ। ਇਹ ਹਿਸਾਬ ਲਾ ਲਓ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਦੇ ਦਿਮਾਗ ਦੇ ਵਿੱਚ ਸੱਚ ਵਸ ਜਾਂਦਾ ਹੈ। ਸੱਚ ਧਿਆਇਨ ਸੇ ਸੱਚ ਰਤੇ, ਸੱਚੇ ਸੱਚ ਸਮਾਵਣਿਆ, ਅਤੇ ਉਹ ਜਲਦੀ ਹੀ ਸੱਚ ਵਿੱਚ ਮਿਲ ਜਾਂਦੇ ਨੇ। ਜਹ ਦੇਖਾਂ ਸੱਚ ਸਭਨੀ ਥਾਈ, ਉਹਨਾਂ ਨੂੰ ਹਰ ਥਾਂ 'ਤੇ ਉਹ ਦਿਖਾਈ ਦਿੰਦਾ। ਗੁਰ ਪ੍ਰਸਾਦੀ ਮਨ ਵਸਾਈ, ਇਹ ਗੱਲ ਗੁਰੂ ਦੀ ਕਿਰਪਾ ਨਾਲ ਬਣਦੀ ਆ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ, ਭੂਮੀ ਇਹਦੇ ਹਿਰਦੇ ਵਿੱਚ ਵਸ ਗਈ। ਇਉਂ ਗੁਰੂ ਕਿਰਪਾ ਕਰਕੇ ਸਾਡੇ ਹਿਰਦੇ ਵਿੱਚ ਸੱਚ ਨੂੰ ਵਸਾਉਂਦਾ ਹੈ। ਤਾਂ ਤੇ ਹਰ ਵੇਲੇ ਗੁਰੂ ਨੂੰ ਅਰਦਾਸ ਕਰਨੀ ਬਣਦੀ ਆ। ਗੁਰ ਪ੍ਰਸਾਦੀ ਮਨ ਵਸਾਈ, ਤਨ ਸੱਚਾ ਰਸਨਾ ਸੱਚ ਰਾਤੀ। ਉਹਨਾਂ ਦਾ ਤਨ ਵੀ ਸੱਚਾ ਹੋ ਜਾਂਦਾ ਹੈ, ਉਹਨਾਂ ਦੀ ਰਸਨਾ ਵੀ ਸੱਚੀ ਹੋ ਜਾਂਦੀ ਹੈ। ਉਹਨਾਂ ਦੇ ਸੱਚ ਸੁਣਨ ਵਾਲੇ ਕੰਨ ਵੀ ਸੱਚੇ ਹੋ ਜਾਂਦੇ ਹੈ। ਆਖ ਵਖਾਨਣਿਆ, ਉਹਨਾਂ ਦੇ ਬੋਲ ਵੀ ਸੱਚੇ, ਉਹਨਾਂ ਦੀ ਰਸਨਾ ਵੀ ਸੱਚੀ ਬੋਲ। ਤੇ ਇਸ ਕਰਕੇ ਜਿੱਥੇ ਸੱਚ ਦਾ ਵਾਸਾ ਹੋ ਗਿਆ, ਹੌਲੀ ਹੌਲੀ ਉਹ ਸਰੀਰ ਦੇ ਵਿੱਚ ਫਿਰ ਬਦਲਾਓ ਆਉਂਦਾ। ਸਿਰ ਤੋਂ ਪੈਰਾਂ ਤੱਕ ਉਹਨਾਂ ਦਾ ਜਿਹੜਾ ਜੀਵਨ ਬਦਲ ਜਾਂਦਾ। ਗੁਰ ਪ੍ਰਸਾਦੀ ਮਨ ਵਸਾਈ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਕਿਰਪਾ ਸਦਕਾ ਉਹਦਾ ਵਾਸਾ ਹੋ ਗਿਆ। ਤਨ ਸੱਚਾ, ਇਹ ਦੇਹ ਸਿਕੰਚਨ ਚੰਗੜੀਆ, ਇੰਨਾ ਚੰਗਾ ਬਣ ਗਿਆ, ਸੋਨੇ ਤੋਂ ਵੀ ਚੰਗਾ ਬਣ ਗਿਆ, ਸੋਨੇ ਤੋਂ ਵੀ ਸ਼ੁੱਧ ਹੋ ਗਿਆ। ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਖਾਨਣਿਆ, ਉਹਨਾਂ ਦੇ ਸਾਰੇ ਗਿਆਨ ਇੰਦਰੇ ਸੱਚ ਨਾਲ ਜੁੜ ਕੇ ਸੱਚੇ ਹੋ ਗਏ। ਮਨਸਾ ਮਾਰ ਸੱਚ ਸਮਾਣੀ, ਜਿਨ੍ਹਾਂ ਨੇ ਆਪਣੇ ਮਨ ਦੇ ਫੁਰਨਿਆਂ ਨੂੰ ਮਾਰ ਕੇ ਸੱਚ ਨੂੰ ਰੱਖ ਲਿਆ। ਜਿਵੇਂ ਭੂਮੀਏ ਚੋਰ ਨੇ ਮਨ ਦੇ ਮਗਰ ਨਾ ਜਾ ਕਰਕੇ ਗੁਰੂ ਦੇ ਬਚਨਾਂ ਮੁਤਾਬਕ ਚੱਲਣਾ ਕੀਤਾ। ਮਨਸਾ ਮਾਰ ਸੱਚ ਸਮਾਣੀ, ਉਹਨਾਂ ਦੇ ਹਿਰਦੇ ਵਿੱਚ ਸੱਚ ਦਾ ਵਾਸਾ ਹੋ ਗਿਆ। ਮਨ ਦਾ ਜਿਹੜਾ ਮਗਰਾ ਕਰਦਾ ਸੀ ਪਹਿਲਾਂ, ਉਹ ਛੱਡ ਦਿੱਤਾ। ਹੁਣ ਮਨ ਦੇ ਮਗਰ ਨਹੀਂ ਚੱਲਦਾ। ਮਨਸਾ, ਮਨ ਦੀਆਂ ਲਹਿਰਾਂ ਨੂੰ ਮਾਰ ਕੇ, ਮਨ ਨੂੰ ਰੋਕ ਕੇ ਸੱਚ ਵਿੱਚ ਸਮਾਉਣ ਲੱਗਿਆ। ਇਨ ਮਨ ਡੀਠੀ ਆਵਣ ਜਾਣੀ, ਤਾਂ ਇਸ ਮਨ ਨੂੰ ਸੰਸਾਰ ਖਤਮ ਹੋਣ ਵਾਲਾ ਦਿਖਾਈ ਦੇਣ ਲੱਗਿਆ। ਜਿਹਦੇ ਮਨ ਵਿੱਚ ਮਨਸਾ ਮਰ ਗਈ, ਆਸ਼ਾ ਤ੍ਰਿਸ਼ਨਾ ਖਤਮ ਹੋ ਗਈ, ਉਹਨਾਂ ਨੂੰ ਇਹ ਸੰਸਾਰ ਵੀ ਆਉਣ ਜਾਣ ਵਾਲਾ ਦਿਸਣ ਲੱਗਿਆ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੀ। ਇਹ ਦੁਨੀਆ ਇੱਕ ਮੇਲਾ ਹੈ, ਕਿਸੇ ਦੇ ਹੱਥ ਵਿੱਚ ਫੜਿਆ ਹੋਇਆ ਨਹੀਂ। ਉਹਨਾਂ ਨੂੰ ਇਹ ਸੰਸਾਰ ਮੇਲਾ ਦਿਖਾਈ ਦੇਣ ਲੱਗਿਆ। ਉਹਨਾਂ ਨੂੰ ਇਹ ਸੰਸਾਰ ਸੁਪਨਾ ਦਿਖਾਈ ਦੇਣ ਲੱਗਿਆ। ਉਹਨਾਂ ਨੂੰ ਇਹ ਸੰਸਾਰ ਜਿਹੜਾ ਹੈ ਖਤਮ ਹੋਣ ਵਾਲਾ ਦਿਖਾਈ ਦੇਣ ਲੱਗਿਆ। ਉਹਨਾਂ ਦੇ ਭਾਣੇ ਸੰਸਾਰ ਹੈ ਹੀ ਨਹੀਂ ਤੀਹੋ ਕਾਲ। ਜਿਹੜਾ ਕੱਲ੍ਹ ਨਹੀਂ ਸੀ ਅੱਜ ਹੈਗਾ, ਕੱਲ੍ਹ ਨੂੰ ਹੋਣਾ ਨਹੀਂ, ਉਹਨਾਂ ਨੂੰ ਸਮਝ ਲਓ ਅੱਜ ਵੀ ਹੈ ਨਹੀਂ। ਕਹੋ ਸਤਨਾਮ ਸੀ। ਜਿਹੜਾ ਕੱਲ੍ਹ ਜੰਮਿਆ ਨਹੀਂ, ਟੱਪਣ ਵਾਲੇ ਕੱਲ੍ਹ ਵੀ ਜਿਹੜਾ ਜੰਮਿਆ ਨਹੀਂ, ਅੱਜ ਜੰਮ ਪਿਆ, ਆਉਣ ਵਾਲੇ ਕੱਲ੍ਹ ਨੂੰ ਮਰ ਜਾਣਾ, ਇਹਦਾ ਮਤਲਬ ਅੱਜ ਵੀ ਹੈ ਨਹੀਂ। ਕਹੋ ਸਤਨਾਮ ਸ੍ਰੀ। ਕੱਲ੍ਹ ਵੀ ਨਹੀਂ। ਇਸ ਕਰਕੇ ਜਿਨ੍ਹਾਂ ਨੇ ਹਿਰਦੇ ਵਿੱਚ ਇਹ ਚੀਜ਼ ਵਸ ਗਈ, ਇਨ ਮਨ ਡੀਠੀ ਆਵਣ ਜਾਣੀ, ਉਹਨਾਂ ਦੇ ਮਨ ਨੂੰ ਇਹ ਦੁਨੀਆ ਖਤਮ ਹੁੰਦੀ ਦਿਖਾਈ ਦੇਣ ਲੱਗੀ।
ਉਹ ਦੁਨੀਆ ਨਾਲ ਮੋਹ ਨਹੀਂ ਪਾਉਂਦੇ, ਦੁਨੀਆ ਤੋਂ ਉੱਚੇ ਉੱਠ ਜਾਂਦੇ ਹੈ। ਆਪਣੇ ਬ੍ਰਹਮ ਗਿਆਨ ਦਾ ਸਦਕਾ, ਗੁਰੂ ਕਿਰਪਾ ਸਦਕਾ ਆਪਣੇ ਮਨ ਦੀਆਂ ਆਸ਼ਾ ਤ੍ਰਿਸ਼ਨਾ ਦੇ ਮਗਰ ਨਹੀਂ ਭੱਜਦੇ। ਮਨਸਾ ਮਾਰ ਮਨ ਸੱਚ ਸਮਾਣੀ, ਇਨ ਮਨ ਡੀਠੀ ਆਵਣ ਜਾਣੀ, ਸਤਿਗੁਰ ਸੇਵੈ ਸਦਾ ਮਨ ਨਿਹਚਲ। ਉਹ ਆਪਣੇ ਮਨ ਨੂੰ ਟਿਕਾ ਕਰਕੇ ਹਮੇਸ਼ਾ ਜਪਦੇ ਹਨ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਹਮੇਸ਼ਾ ਆਪਣੇ ਮਨ ਨੂੰ ਇੱਦਾਂ ਸਿਮਰਨਾ ਕਰਦੇ ਆ। ਨਿਜ ਕਰ ਵਾਸਾ ਪਾਵਣਿਆ, ਇੱਦਾਂ ਕਰਦੇ ਕਰਦੇ ਇੱਕ ਦਿਨ ਉਹ ਆਪਣੇ ਸਰੀਰ ਨੂੰ ਤਿਆਗ ਕਰਕੇ ਆਪਣੇ ਨਿਜ ਘਰ, ਉਸ ਘਰ ਵਿੱਚ ਚਲੇ ਜਾਂਦੇ ਆ ਜਿੱਥੋਂ ਨਿਕਲਿਆਂ ਨੂੰ ਅਰਬਾਂ ਖਰਬਾਂ ਸਾਲ ਹੋ ਗਏ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲੇ ਦੇਹ ਸੰਜਰੀਆ। ਉਹਨਾਂ ਨੂੰ ਇਹ ਸੋਝੀ ਆ ਗਈ, ਉਹਨਾਂ ਨੂੰ ਇਹ ਸਮਝ ਆ ਗਈ। ਤੇ ਇੱਕ ਦਿਨ ਉਹ ਸੰਸਾਰ ਚੋਂ ਆਸ਼ਾ ਤ੍ਰਿਸ਼ਨਾ ਚੋਂ ਮਨ ਨੂੰ ਖਿੱਚ ਕੇ, ਸੰਸਾਰ ਨੂੰ ਝੂਠਾ ਜਾਣ ਕੇ ਸਤਿਗੁਰ ਨੂੰ ਸਿਮਰਦੇ ਹਨ। ਮਨ ਨੂੰ ਟਿਕਾ ਕਰਕੇ ਨਿਜ ਘਰ ਵਾਸਾ ਪਾਵਣਿਆ, ਤੇ ਅਖੀਰ ਆਪਣੇ ਪਰਮੇਸ਼ਰ ਦੇ ਵਿੱਚ ਮਿਲ ਜਾਂਦੇ ਹਨ। ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਔਰ ਉਹ ਪਰਮੇਸ਼ਰ ਜਿਹਨੂੰ ਦੁਨੀਆ ਲੱਭਦੀ ਫਿਰਦੀ ਹੈ ਜੰਗਲਾਂ ਵਿੱਚ ਜਾ ਕੇ, ਉਹਨਾਂ ਨੂੰ ਪਰਮੇਸ਼ਰ ਆਪਣੇ ਅੰਦਰ ਬੈਠਾ ਹੀ ਮਿਲ ਜਾਂਦਾ। ਤੋ ਰੱਬ ਦੇ ਪਿਆਰਿਆਂ ਨੇ, ਸੰਤਾਂ ਨੇ, ਬ੍ਰਹਮ ਗਿਆਨੀਆਂ ਨੇ ਕਹਿ ਦਿੱਤਾ, ਕਾਹੇ ਰੇ ਬਨ ਖੋਜਣ ਜਾਹੀ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਹਿ ਦਿੱਤਾ ਸਾਧੂਆਂ ਨੇ, ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਉਹਨਾਂ ਨੂੰ ਇਹ ਸਮਝ ਆ ਗਈ, ਗੁਰ ਕੈ ਸ਼ਬਦ ਹਿਰਦੈ ਦਿਖਾਇਆ। ਗੁਰੂ ਦੇ ਸ਼ਬਦ ਨਾਲ ਜੁੜ ਕੇ ਉਹਨਾਂ ਨੂੰ ਹਿਰਦੇ ਵਿੱਚ ਉਹਨੂੰ ਦਿਖਾਈ ਦੇਣ ਲੱਗਿਆ ਪਰਮੇਸ਼ਰ। ਮਾਇਆ ਮੋਹ ਸ਼ਬਦ ਜਲਾਇਆ, ਤੇ ਮਾਇਆ ਦਾ ਮੋਹ, ਉਹ ਸ਼ਬਦ ਜਿਹੜੇ ਮਾਇਆ ਦੇ ਮੋਹ ਵਿੱਚ ਫਸਾਉਂਦੇ ਆ, ਉਹ ਸ਼ਬਦ ਹੀ ਮਚਾ ਦਿੰਦੇ ਆ। ਉਹ ਗੱਲ ਹੀ ਨਹੀਂ ਕਰਦੇ ਜਿਹੜੇ ਮਾਇਆ ਦੇ ਮੋਹ ਵਿੱਚ ਲੈ ਕੇ ਜਾਂਦੇ ਐ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ, ਐਸੀ ਰੀਤ ਨੂੰ ਮਚਾ ਦਿਓ ਜਿਸ ਦੇ ਕਾਰਨ ਸਾਨੂੰ ਮਾਲਕ ਵਿਸਰ ਜਾਵੇ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ, ਨਾਨਕ ਸਾਈ ਭਲੀ ਪ੍ਰੀਤ, ਜਿਤ ਸਹਿਬ ਸੇਤੀ ਪਤ ਰਹੈ। ਉਹ ਹੀ ਪ੍ਰੀਤੀ, ਉਹ ਹੀ ਪ੍ਰੇਮ ਚੰਗਾ, ਜਿਹਦੇ ਨਾਲ ਮਾਲਕ ਦੇ ਚਰਨਾਂ ਵਿੱਚ ਇੱਜ਼ਤ ਰਹਿ ਜਾਵੇ। ਤਾਂ ਮਾਇਆ ਮੋਹ ਸ਼ਬਦ ਜਲਾਇਆ, ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਦਿਖਾ ਦਿੱਤਾ ਮਾਲਕ ਦਾ ਸਰੂਪ, ਅੰਦਰੋਂ ਹੀ ਹਿਰਦੇ ਵਿੱਚੋਂ ਹੀ ਦਿਖਾ ਦਿੱਤਾ। ਜਿਨ੍ਹਾਂ ਨੂੰ ਉਹ ਮੋਹ ਮਾਇਆ ਮਮਤਾ ਤੋਂ ਉੱਚੇ ਉੱਠ ਗਏ, ਉਹਨਾਂ ਨੇ ਇਹ ਸ਼ਬਦ ਹੀ ਮਚਾ ਦਿੱਤੇ। ਉਹਨਾਂ ਨੇ ਆਪਣੇ ਜੀਵਨ ਵਿੱਚੋਂ ਇਹ ਗੱਲ ਹੀ ਕੱਢ ਦਿੱਤੀ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਹੀ। ਉਹ ਹਰ ਥਾਂ 'ਤੇ ਉਸ ਮਾਲਕ ਨੂੰ ਵੇਖ ਕੇ ਉਹਦੀ ਸਿਫਤ ਸਲਾਹ ਕਰਦੇ ਆ। ਜਿਸ ਤਰ੍ਹਾਂ ਚਾਹੇ ਕਬੀਰ ਸਾਹਿਬ ਜੀ ਦੇ ਘਰ ਦੀ ਗੱਲ ਹੈ, ਇੱਕ ਦਿਨ ਇੱਕ ਕੁੱਤਾ ਆ ਗਿਆ। ਕਬੀਰ ਸਾਹਿਬ ਜੀ ਇਕੱਲੇ ਘਰ ਵਿੱਚ ਬੈਠੇ ਆ ਕਿਸੇ ਸਾਈਡ 'ਤੇ, ਕੁੱਤਾ ਖਾਲੀ ਘਰ ਵੇਖ ਕੇ ਆ ਗਿਆ, ਪੈਰ ਦਬਦਾ ਹੋਇਆ ਹੌਲੀ ਹੌਲੀ ਤੁਰਦਾ, ਕਿਸੇ ਨੂੰ ਪਤਾ ਨਾ ਲੱਗ ਜੇ। ਤੇ ਕਬੀਰ ਸਾਹਿਬ ਜੀ ਉਸ ਨੂੰ ਦੇਖ ਕਰਕੇ ਫਿਰ ਸ਼ਬਦ ਉਚਾਰਨ ਕਰਦੇ ਆ ਪੂਰਾ। ਉਹ ਕੁੱਤਾ ਕੀ ਕਰਦਾ ਹੈ, ਪੈਰ ਦਬਦਾ ਹੋਇਆ ਹੌਲੀ ਹੌਲੀ ਤੁਰਦਾ, ਖੜਕਾ ਨਹੀਂ ਕਰਦਾ, ਤੇ ਸਿੱਧਾ ਹੌਲੀ ਹੌਲੀ ਚੱਕੀ ਕੋਲੇ ਪਹੁੰਚ ਜਾਂਦਾ। ਕਬੀਰ ਸਾਹਿਬ ਬੈਠੇ ਦੇਖ ਰਹੇ ਆ, ਚੱਕੀ ਦੇ ਕੋਲ ਜਾਂਦਾ ਹੈ, ਚੱਕੀ ਨੂੰ ਚੱਟਦਾ ਹੈ।
ਚੱਕੀ ਨੂੰ ਪੂਰਾ ਚੱਟਣ ਤੋਂ ਬਾਅਦ ਉਹਦਾ ਪਰੋਲਾ ਖਿੱਚ ਲਿਆ ਵਿੱਚੋਂ ਕੱਪੜਾ ਜਿਹਨਾਂ ਆਟਾ ਕੱਢਦੀਆਂ ਮਾਈਆਂ ਚੱਕੀ 'ਚੋਂ। ਪਰੋਲਾ ਖਿੱਚਣ ਤੋਂ ਬਾਅਦ ਉਹਨੇ ਉਹ ਝਾੜਿਆ, ਉਹਨੂੰ ਚੱਟ ਲਿਆ ਰੇਤੇ ਨੂੰ, ਆਪਣੇ ਆਟੇ ਨੂੰ। ਉਹ ਚੱਟਣ ਤੋਂ ਬਾਅਦ ਫਿਰ ਤਾਂ ਛਾਬਾ ਟੰਗਿਆ ਪਿਆ ਇਹ ਛਿੱਕੇ ਜੇ ਵਾਂਗੂ ਰੋਟੀਆਂ ਵਾਲਾ, ਫਿਰ ਛਾਬੇ ਕੰਨੀ ਝਾਕਦਾ। ਤੇ ਕਬੀਰ ਸਾਹਿਬ ਇਹ ਸਾਰਾ ਸੀਨ ਦੇਖ ਕੇ ਉੱਥੇ ਸ਼ਬਦ ਉਚਾਰਦੇ ਨੇ, ਜਦੋਂ ਆਇਆ ਸੀ ਉਹ ਸੁਰਹਿ ਕੀਜੇ ਸੀ ਤੇਰੀ ਚਾਲ, ਕਿਵੇਂ ਮਿਰਗ ਵਾਂਗੂ ਤੁਰਦਾ ਹੌਲੀ ਹੌਲੀ, ਕਿੱਡਾ ਸੋਹਣਾ। ਤੇਰੀ ਪੂੰਛ ਤੇ ਉੱਪਰ ਝਮਕ ਵਾਲ, ਤੇਰੀ ਪੂੰਛ ਤੇ ਚਮਕਾਰੇ ਪੈਂਦੇ ਆ। ਇਸ ਘਰ ਮੇ ਹੈ ਸੋ ਤੂੰ ਢੂੰਡ ਖਾਹੇ, ਘਰੇ ਆ ਗਏ ਆ ਜਾ ਆ ਜਾ, ਭਜਾਇਆ ਨੀ ਗਾ, ਬੈਠੇ ਦੇਖ ਰਹੇ ਨੇ। ਕੀ ਪੜ੍ਹਿਆ ਸੀ ਪੰਗਤੀ ਆਪਾਂ? ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣਿਆ। ਗੁਰੂ ਦੀ ਕਿਰਪਾ ਨਾਲ ਸਮਝ ਆਈ। ਹੁਣ ਉਹ ਕੁੱਤੇ ਨੂੰ ਵੀ ਦੇਵਤਾ ਕਹਿ ਰਹੇ। ਸੁਰ ਹੈ ਮਿਰਗ ਵਰਗੀ, ਦੇਵਤਿਆਂ ਵਰਗੀ ਚਾਲ ਹੈ ਤੇਰੀ। ਸੁਰਹਿ ਕੇ ਜੈਸੀ ਤੇਰੀ ਚਾਲ, ਤੇਰੀ ਪੂੰਛ ਟੀ ਉੱਪਰ ਝਮਕ ਵਾਲ। ਚਾਕੀ ਚਾਟੈ ਚੂਨੋ ਖਾਏ, ਚੱਕੀ ਚੱਟ ਲਾ, ਚੱਕੀ ਜਿਹੜਾ ਆਟਾ ਪਿਆ ਖਾ ਲਾ। ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਵਿੱਚੋਂ ਪਰੋਲਾ ਖਿੱਚ ਲਿਆ, ਇਹਦਾ ਕੀ ਕਰੇਗਾ, ਇਹ ਕਿੱਥੇ ਲੈ ਕੇ ਜਾਵੇਂਗਾ। ਛੀਕੇ ਪਰ ਤੇਰੀ ਬਹੁਤ ਡੀਠ, ਹੁਣ ਤੂੰ ਤਾਂ ਝਾਕੀ ਜਾਣਾ, ਛਾਬੇ ਦੇ ਵਿੱਚ ਕੁਛ ਹੋਣਾ ਖਾਣ ਵਾਲਾ। ਪਿੱਛੇ ਵੀ ਨਿਗਾਹ ਰੱਖ, ਮਤ ਲੱਕੜੀ ਸੋਟਾ ਪਰੈ ਤੇਰੀ ਪੀਠ, ਮੇਰੇ ਬੱਚੇ ਆ ਜਾਣ ਤੇ ਡੰਡਾ ਮਾਰਨ ਖਿੱਚ ਕੇ, ਪਿੱਛੇ ਵੀ ਨਿਗਾਹ ਰੱਖ। ਵੈਸੇ ਬੰਦੇ ਨੂੰ ਸਮਝਾਇਆ ਗਿਆ, ਗੱਲ ਇੱਕ ਕੁੱਤੇ ਤੇ ਲਾ ਕੇ। ਛੀਕੇ ਪਰ ਤੇਰੀ ਬਹੁਤ ਡੀਠ, मत लकड़ी सोटा परै तेरी पीठ। इस घर में है सो तो ढूंढ खाहे, और किसी के मत ही जाहे। कहे कबीर भोग भले कीन, मत को मारै ईट टेम। हुण इत्थे मैं कुत्ते की गल कर ली ना, हुण यही गल बंदे दी आ। असल विच ज्ञान बंदे नूं दिता गया। नाम जिहड़े हन ये जानवरां दे हन, भावें पशुआं दे हन, पंछियां दे हन। भी बंदा पिछों देवतियां वर्गा सीगा। जदों मात लोक च आया ना, परमेश्वर दी अंश आत्मा एक देवता स्वरूप सी। मात लोक विच आया और पूंछ ऊपर झमक वाल, ਇਹਦੇ ਕੋਲੇ शुभ ਗਿਆਨ ਦੇ ਗੁਣ ਸਨ, शुभ ਗੁਣ ਸਨ, ਉਹਨਾਂ ਦੇ ਚਮਕਾਰੇ ਸੀ ਇਹਦੇ ਅੰਦਰ। ਔਰ ਦੇਵਤਿਆਂ ਵਰਗਾ ਸੀਗਾ। ਮਾਤ ਲੋਕ ਚ ਆ ਗਿਆ, ਉਹ ਖਾਣ ਪੀਣ ਲੱਗਿਆ, ਮਾਤ ਲੋਕ ਦਾ ਸਮਾਨ ਛਕਣ ਛਕਾਉਣ ਲੱਗਿਆ। ਕਬੀਰ ਸਾਹਿਬ ਜੀ ਕਹਿੰਦੇ ਸੰਸਾਰ ਰੂਪੀ ਚੱਕੀ ਦੇ ਵਿੱਚ ਜੋ ਖਾਣ ਪੀਣ ਦਾ ਸਮਾਨ ਹੈ ਖਾ ਲੈ, पर कुत्ते दे परोला खिंचण वांगू तेरे नाल कुछ नहीं जाणागा। इस घर में है सो तू ढूंढ खाहे, चाकी का चीथड़ा पाटे कपड़े नूं कहंदे हैं। चाकी का चीथड़ा कहाँ ले जाए, भावे याद रख भी नाल कुछ नहीं जाना तेरे। खा पी लै, खाण पीण वास्ते बनाया, तेरे वास्ते बनाया सब कुछ। पर लोकां दे छाबियां ते निगाह ना रख। छीके पट भी बहुत ਡੀਠ, ਆਪਦਾ खा पी के ਗਵਾਂਢੀਆਂ ਦੇ ਸਮਾਨ ਤੇ ਨਿਗਾਹ ਰੱਖਦਾ, ਇਹ ਵੀ ਮੇਰਾ ਹੋ ਜੇ। ਫਿਰ ਡੰਡੇ ਪੈਣਗੇ ਜਮਦੂਤਾਂ ਦੇ। ਮਤ ਲੱਕੜੀ ਸੋਟਾ ਪਰੈ ਤੇਰੀ ਪੀਠ। ਜਦੋਂ ਖਾ ਕੇ ਨਾ ਚੱਕੀ ਚੱਟ ਕੇ ਛਾਬੇ ਕੰਨੀ ਝਾਕਦਾ, ਐਵੇਂ ਬੰਦਾ ਆਪਦਾ ਸਮਾਨ ਵਰਤ ਕੇ ਲੋਕਾਂ ਦੇ ਸਮਾਨ ਕੰਨੀ ਨਿਗਾਹ ਰੱਖਦਾ। ਕਹੋ ਸਤਨਾਮ ਸ੍ਰੀ। छीके पर तेरी बहुत ਡੀਠ, मत लोकड़ी सोटा परै तेरी पीठ। कहे कबीर भोग भले कीन, खा पी लै, खाण पीण वास्ते बनाया।
ਪਰ ਕਹਿੰਦੇ ਜਮਦੂਤਾਂ ਦੇ ਡੰਡੇ ਦਾ ਵੀ ਖਿਆਲ ਰੱਖ, ਮਗਰ ਉਹ ਵੀ ਵੱਜਣ ਵਾਲਾ ਮੌਤ ਦਾ ਡੰਡਾ, ਉਹਨੂੰ ਵੀ ਯਾਦ ਰੱਖ। ਇਸ ਕਰਕੇ ਕਬੀਰ ਸਾਹਿਬ ਜੀ ਦਾ ਇਹ ਬਚਨ ਮਨੁੱਖ ਨੂੰ ਗਿਆਨ ਦਿੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਸਮਝ ਆ ਗਈ, ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣਿਆ, ਉਹਨਾਂ ਨੂੰ ਹਰ ਥਾਂ 'ਤੇ ਉਹ ਪਰਮੇਸ਼ਰ ਦਿਖਾਈ ਦਿੰਦਾ। ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ, ਜਿਹੜੇ ਸੱਚ ਨਾਲ ਜੁੜ ਗਏ ਉਹਨਾਂ ਦੀ ਸੱਚ ਨਾਲ ਲਿਵ ਲੱਗ ਗਈ। ਹਰ ਨਾਮ ਸੰਭਾਲੈ ਸੇਵੜ ਭਾਗੀ, ਉਹ ਵੱਡੇ ਭਾਗਾਂ ਵਾਲੇ ਹੋ ਗਏ ਜੋ ਹਰੀ ਦੇ ਨਾਮ ਨੂੰ ਸੰਭਾਲਦੇ ਨੇ। ਸੱਚੇ ਸ਼ਬਦ ਆਪ ਮਿਲਾਏ, ਉਹ ਸ਼ਬਦ ਨਾਲ ਜੁੜ ਕੇ ਆਪਣੇ ਆਪ ਨੂੰ ਉਹਦੇ ਵਿੱਚ ਮਿਲਾ ਦਿੰਦੇ ਨੇ। ਸਤ ਸੰਗਤ ਸੱਚ ਗੁਣ ਗਾਵਣਿਆ, ਸੰਗਤ ਵਿੱਚ ਬੈਠ ਕੇ ਉਸ ਹਰੀ ਦੇ ਸੱਚੇ ਗੁਣਾਂ ਨੂੰ ਗਾਉਂਦੇ ਆ। ਇਸੇ ਪਵਿੱਤਰ ਸ਼ਬਦ ਦੀ ਵਿਚਾਰ, ਚਾਰਕ ਪਦਿਆਂ ਦੀ ਵਿਚਾਰ ਆਪਾਂ ਸਰਵਣ ਕੀਤੀ। ਰਹਿੰਦੇ 4 ਪਦਿਆਂ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।